ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਔਰ ਅੱਜ ਇੱਕ ਵਾਰ ਫਿਰ ਤੋਂ ਸਟੂਡੀਓ ਦੇ ਵਿੱਚ ਇੰਡੀਆ ਟੂ ਅਬਰੋਡ ਇਮੀਗ੍ਰੇਸ਼ਨ ਤੋਂ ਮੈਡਮ ਜੋਤੀ ਕਪੂਰ ਜੀ ਹਾਜ਼ਰ ਨੇ। ਅੱਜ ਇੰਡੀਆ ਟੂ ਅਬਰੋਡ ਇਮੀਗ੍ਰੇਸ਼ਨ ਵੱਲੋਂ ਵਿਦਿਆਰਥੀ ਵੀਜ਼ਾ ਨਾਲ ਸੰਬੰਧੀ ਸਾਨੂੰ ਜਿਹੜੀ ਹੈ ਉਹ ਗੱਲਬਾਤ ਸਾਂਝੀ ਕੀਤੀ ਜਾਊਗੀ। ਜਿਹੜੇ ਵਿਦਿਆਰਥੀ ਘੱਟ ਨੰਬਰਾਂ ਤੇ ਆਈਲੈਟਸ ਨਹੀਂ ਕੀਤੀ ਜਾਂ ਕਿਸੇ ਮੁਲਕ ਤੋਂ ਰਿਫਿਊਜ਼ ਹੋ ਚੁੱਕੇ ਆ, ਬਜਟ ਘੱਟ ਰਹਿ ਗਿਆ, ਇੰਟਰਵਿਊ ਦੇਣ ਤੋਂ ਡਰਦੇ ਨੇ, ਉਹ ਕਿਹੜੇ ਮੁਲਕਾਂ ਦੇ ਵਿੱਚ ਜਾ ਸਕਦੇ ਨੇ, ਉਹ ਜਾ ਕੇ ਡਾਲਰ ਕਮਾ ਸਕਦੇ ਨੇ। ਸੋ ਡਾਲਰ ਦੀ ਗੱਲ ਕਰੀਏ ਤਾਂ ਘੱਟੋ ਘੱਟ 50-55 ਰੁਪਏ ਡਾਲਰ ਦੀ ਗੱਲ ਹੁੰਦੀ ਹੈ ਜਦੋਂ ਅਸੀਂ ਕੈਨੇਡਾ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ। ਯੂਕੇ ਦੀ ਗੱਲ ਕਰਦੇ ਹਾਂ ਤਾਂ ਕਰੀਬ ਅੱਜ ਦੀ ਜੇ ਗੱਲ ਕਰ ਲਈ ਤਾਂ 102-103 ਰੁਪਏ ਦੇ ਕਰੀਬ ਪਾਉਂਡ ਦਾ ਰੇਟ ਜਿਹੜਾ ਚੱਲਦਾ ਪਿਆ। ਇੰਡੀਆ ਤੋਂ ਬਾਹਰ ਬੱਚਾ ਕਿਉਂ ਜਾਂਦਾ ਹੈ? ਇੱਕ ਤਾਂ ਇੰਟਰਨੈਸ਼ਨਲ ਐਜੂਕੇਸ਼ਨ ਹਾਸਲ ਕਰਨ ਲਈ, ਔਰ ਦੂਜੀ ਗੱਲ ਬੱਚੇ ਨੂੰ ਸੈਟਲਮੈਂਟ ਦਿਖਦੀ ਹੈ। ਹੁਣ ਕਿਹੜੇ ਮੁਲਕ ਦੇ ਵਿੱਚ ਬੱਚਾ ਅਪਲਾਈ ਕਰ ਸਕਦਾ ਉਸ ਬਾਰੇ ਚਰਚਾ ਕਰਾਂਗੇ ਇੰਡੀਆ ਟੂ ਅਬਰੋਡ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਮੈਡਮ ਜੋਤੀ ਕਪੂਰ ਹੋਣਾ ਦੇ ਨਾਲ। ਮੈਡਮ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਸੋ ਅੱਜ ਅਸੀਂ ਸਟੂਡੈਂਟ ਵੀਜ਼ਾ ਦੀ ਗੱਲ ਕਰਾਂਗੇ। ਪੰਜਾਬ ਦੇ ਵਿੱਚ ਇੰਗਲੈਂਡ ਦਾ ਸਟੂਡੈਂਟ ਵੀਜ਼ਾ ਜਾਂ ਯੂਕੇ ਦਾ ਸਟੂਡੈਂਟ ਵੀਜ਼ਾ ਕਹਿ ਦਈਏ ਤਾਂ ਬਹੁਤ ਚਰਚਾ ਦੇ ਵਿੱਚ ਆ ਪਿਛਲੇ ਕਰੀਬ 2 ਸਾਲ ਤੋਂ। ਬਿਲਕੁਲ। ਔਰ ਬੱਚੇ ਨੂੰ ਪੜ੍ਹਾਈ ਦੇ ਨਾਲ ਵਰਕ ਪਰਮਿਟ ਵੀ ਮਿਲਦਾ, ਕੰਮ ਕਰਨ ਦੇ 20 ਘੰਟੇ ਵੀ ਮਿਲਦੇ ਆ, ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ। ਹੁਣ ਤਾਂ ਜਿਹੜੀਆਂ ਸਕਿਲਡ ਕੈਟਾਗਰੀ ਵਰਕਰ ਜਿਹੜੇ ਉਹਦੇ ਤਹਿਤ ਬੱਚੇ ਨੂੰ PR ਵੀ ਸੌਖੀ ਹੋ ਜਾਂਦੀ ਹੈ। 1 ਜਨਵਰੀ ਤੋਂ ਜਿਹੜੇ ਨਵੇਂ ਰੂਲ ਆਏ ਉਹਦੇ ਅਨੁਸਾਰ ਬੱਚਾ ਹੁਣ PR ਵੀ ਅਪਲਾਈ ਕਰ ਸਕਦਾ ਡਿਊਰਿੰਗ ਦਾ ਸਟੱਡੀ ਜੀ। ਉਹ ਅਨਾਊਂਸਮੈਂਟ ਤੋਂ ਬਾਅਦ UK ਜਾਣ ਦਾ ਰੁਝਾਨ ਬੱਚਿਆਂ 'ਚ ਹੋਰ ਵੱਧਦਾ ਜਾ ਰਿਹਾ ਹੈ। ਪਰ ਇਹੋ ਜਿਹੇ ਬੱਚੇ ਵੀ ਕਈ ਪੰਜਾਬ 'ਚ ਹੈਗੇ ਨੇ ਜਿਨ੍ਹਾਂ ਦਾ 70% ਨੰਬਰ ਨਹੀਂ ਹੈਗੇ, ਜਾਂ ਆਇਲਸ ਨਹੀਂ ਕੀਤੀ, ਜਾਂ ਆਇਲਸ ਕਰਨ ਦੇ ਬਾਵਜੂਦ ਆਇਲਸ ਐਕਸਪਾਇਰ ਹੋ ਗਈ ਹੈ ਜਾਂ ਰਿਫਿਊਜ਼ ਹੋ ਗਿਆ। ਉਹਨਾਂ ਬੱਚਿਆਂ ਬਾਰੇ ਥੋੜੀ ਚਰਚਾ ਕਰੋ ਕਿ ਉਹ UK ਜਾ ਕੇ ਆਪਣਾ ਫਿਊਚਰ ਕਿਵੇਂ ਬਣਾ ਸਕਦੇ ਨੇ। ਬਿਲਕੁਲ ਮਨੀਸ਼ ਜੀ, ਮੋਸਟਲੀ ਕਲਾਇੰਟ +2 ਤੋਂ ਬਾਅਦ ਚਲੇ ਜਾਂਦਾ UK, ਚਾਹੇ ਕੈਨੇਡਾ ਚਾਹੇ ਅਮਰੀਕਾ। ਪਰ ਅੱਜ ਜਿਹੜਾ ਵੀ ਕਲਾਇੰਟ ਮੈਨੂੰ ਦੇਖ ਰਿਹਾ ਹੈ, ਚਾਹੇ ਉਹ ਪੰਜਾਬ ਪਿੰਡਾਂ ਤੋਂ ਬਿਲੋਂਗ ਕਰਦਾ ਚਾਹੇ ਸਿਟੀਜ਼ ਤੋਂ ਬਿਲੋਂਗ ਕਰਦਾ, ਮੋਸਟਲੀ ਗ੍ਰੈਜੂਏਟ ਹੁੰਦੇ ਨੇ, 5-5 ਸਾਲ ਦਾ 6-6 ਸਾਲ ਦਾ ਗੈਪ ਪੈ ਚੁੱਕਾ ਹੁੰਦਾ ਹੈ। ਉਹਨਾਂ ਨੂੰ ਮਤਲਬ ਸਮਝ ਨਹੀਂ ਆ ਰਿਹਾ ਕਿ ਉਹ ਜਾ ਸਕਦੇ ਨਹੀਂ ਜਾ ਸਕਦੇ। ਸਭ ਲਈ ਇੱਕ ਵਧੀਆ ਡੈਸਟੀਨੇਸ਼ਨ ਬਣ ਚੁੱਕਾ ਹੈ UK। ਯੂਨਾਈਟਿਡ ਕਿੰਗਡਮ ਦੇ ਵਿੱਚ ਚਾਹੇ ਤੁਹਾਡਾ 10 ਸਾਲ ਦਾ ਗੈਪ ਹੈ ਆਫਟਰ ਗ੍ਰੈਜੂਏਸ਼ਨ, +2 ਬਾਅਦ ਤੁਹਾਡਾ 5 ਸਾਲ ਦਾ ਗੈਪ ਹੈ, ਤੁਹਾਡੇ ਬਹੁਤ ਘੱਟ ਮਾਰਕਸ ਨੇ, 40-45% ਮਾਰਕਸ ਨੇ, ਤੁਸੀਂ ਆਇਲਸ ਕੀਤੀ ਹੋਈ ਹੈ ਜਾਂ ਤੁਸੀਂ ਆਇਲਸ ਨਹੀਂ ਕੀਤੀ ਹੋਈ, ਤੁਹਾਨੂੰ ਇੱਕ ਰਸਤਾ ਚਾਹੀਦਾ ਸੀ ਕਿ ਮੈਂ ਅੱਛੀ ਕੰਟਰੀ ਜਾ ਕੇ ਸੈੱਟ ਹੋ ਸਕਾਂ। ਤੇ ਤੁਹਾਡੇ ਸਾਰਿਆਂ ਦੀ ਆਨਸਰ ਹੈ ਕਿ ਉਹ ਇਸ ਟਾਈਮ ਯੂਨਾਈਟਿਡ ਕਿੰਗਡਮ ਹੈ, UK ਹੈ, ਜਿੱਥੇ ਤੁਸੀਂ ਆਪਣਾ ਸਟੱਡੀ ਵੀਜ਼ਾ ਲੈ ਸਕਦੇ ਹੋ ਵਿਦ ਸਪਾਊਸ, ਵਿਦ ਯੋਰ ਫੈਮਿਲੀ, ਅਗਰ ਤੁਹਾਡਾ ਕੋਈ ਬੱਚਾ ਵੀ ਹੈ, ਔਰ ਤੁਸੀਂ ਉੱਥੇ ਜਾ ਕੇ ਸੈਟਲ ਹੋ ਸਕਦੇ ਹੋ। ਵਰਕ ਪਰਮਿਟ ਤਾਂ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਤਾਂ ਮਿਲੇਗਾ ਹੀ ਮਿਲੇਗਾ। 1 ਜਨਵਰੀ 2021 ਤੋਂ UK ਗਵਰਨਮੈਂਟ ਨੇ ਪੁਆਇੰਟ ਸਿਸਟਮ ਤੇ ਸਿਟੀਜ਼ਨ ਪ੍ਰੋਗਰਾਮਿੰਗ ਵੀ ਸਟਾਰਟ ਕਰ ਦਿੱਤੀ ਹੈ, ਕਿਉਂਕਿ ਅੱਜ ਪੰਜਾਬ ਦਾ ਹਰ ਬੱਚਾ ਚਾਹੁੰਦਾ ਸੀ ਅਗਰ ਮੈਂ ਕਿਸੇ ਕੰਟਰੀ ਵਿੱਚ ਜਾਵਾਂ ਤੇ ਮੈਂ ਉੱਥੇ ਦੀ ਸਿਟੀਜ਼ਨ ਵੀ ਹਾਸਿਲ ਕਰਾਂ। ਮੈਂ ਸਿਰਫ ਉੱਥੇ ਕੰਮ ਪੜ੍ਹਨ ਜਾਂ ਕੰਮ ਕਰਨ ਨਹੀਂ ਜਾਣਾ ਚਾਹੁੰਦਾ, ਮੈਨੂੰ ਅੱਗੇ ਆਪਣੀ ਫੈਮਿਲੀ ਦੀ ਸੈਟਲਮੈਂਟ ਵੀ ਚਾਹੀਦੀ ਹੈ। ਤੇ ਤੁਹਾਡੇ ਸਾਰਿਆਂ ਲਈ ਇੱਕ ਬਹੁਤ ਹੀ ਅੱਛੀ ਓਪਰਚੁਨਿਟੀ ਹੈ UK, ਕਿਉਂਕਿ ਇਸ ਟਾਈਮ ਦੇ ਉੱਤੇ UK ਹੀ ਇਹੋ ਜਿਹੀ ਕੰਟਰੀ ਹੈ ਜਿਹੜੀ ਵੀਜ਼ਾਸ ਵੀ ਦੇ ਰਹੀ ਹੈ, ਬਹੁਤ ਫਾਸਟ ਪ੍ਰੋਸੈਸ ਹੈਗਾ ਆ। ਕਲਾਇੰਟ ਟਰੈਵਲ ਵੀ ਕਰ ਰਿਹਾ, ਬੱਚਾ ਜਾ ਕੇ ਆਪਣੀ ਕਲਾਸਿਸ ਵੀ ਜੁਆਇਨ ਕਰ ਰਿਹਾ ਜਿੱਥੇ ਲਾਕਡਾਊਨ ਨਹੀਂ ਹੈਗਾ। ਸੋ ਅਗਰ ਤੁਸੀਂ ਵੀ ਜਾਣਾ ਚਾਹੁੰਦੇ ਹੋ UK ਤੇ ਤੁਸੀਂ ਤੁਹਾਡੇ ਲਈ ਗੁੱਡ ਇੱਕ ਅੱਛੀ ਡੈਸਟੀਨੇਸ਼ਨ ਹੋ ਸਕਦੀ ਹੈਗੀ ਹੈ ਜੀ। ਸੋ ਜਿਹੜੇ ਬੱਚੇ ਡਰਦੇ ਸੀ ਕਿ ਇੰਟਰਵਿਊ ਬਹੁਤ ਔਖੀਆਂ ਹੋ ਗਈਆਂ, ਚਾਹੇ ਉਹ ਯੂਨੀਵਰਸਿਟੀ ਦੀ ਇੰਟਰਵਿਊ ਹੋਵੇ ਚਾਹੇ ਉਹ ਅੰਬੈਸੀ ਦੀ ਇੰਟਰਵਿਊ ਹੋਵੇ, ਉਹ ਬੱਚਿਆਂ ਲਈ ਕੀ ਖਾਸ ਹੈ? ਕਿਉਂਕਿ ਬੱਚੇ ਭਾਵੇਂ ਅੰਗਰੇਜ਼ੀ ਬੋਲਣਾ ਜਾਣਦੇ ਆ, ਇੰਟਰਵਿਊ ਫੇਸ ਵੀ ਕਰ ਸਕਦੇ, ਪਰ ਕਿਤੇ ਨਾ ਕਿਤੇ ਅੰਦਰ ਡਰ ਰਹਿੰਦਾ ਕਿ ਪਤਾ ਨਹੀਂ ਇੰਟਰਵਿਊ ਦੇ ਵਿੱਚ ਇੰਟਰਵਿਊ ਲੈਣ ਵਾਲਿਆਂ ਨੇ ਕੀ ਪੁੱਛ ਲੈਣਾ, ਤੇ ਉਹਦੀ ਤਿਆਰੀ ਕਿਵੇਂ ਕਰਾਉਂਦੇ ਹੋ? ਦੇਖੋ ਮਨੀਸ਼ ਜੀ, ਇਹ ਡਿਪੈਂਡ ਕਰਦਾ ਯੂਨੀਵਰਸਿਟੀਜ਼ ਔਰ ਯੂਨੀਵਰਸਿਟੀਜ਼। ਕਈ ਯੂਨੀਵਰਸਿਟੀਜ਼ ਇੰਟਰਵਿਊ ਲੈਂਦੀਆਂ, ਕਈ ਇਹੋ ਜਿਹੀ ਯੂਨੀਵਰਸਿਟੀਜ਼ ਹੈ ਜਿਹੜਾ ਨਹੀਂ ਵੀ ਲੈਂਦੀਆਂ। ਇਹ ਬੱਚੇ ਦੀ ਪ੍ਰੋਫਾਈਲ 'ਤੇ ਵੀ ਡਿਪੈਂਡ ਕਰਦਾ ਹੈ। ਪਰ ਮੈਂ ਇੱਥੇ ਦੱਸਣਾ ਚਾਹੁੰਦੀ, ਤੁਸੀਂ ਅਗਰ UK ਪੜ੍ਹਨ ਦਾ ਸੋਚ ਰਹੇ ਹੋ ਤਾਂ ਇੰਟਰਵਿਊ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਬਹੁਤ ਜ਼ਿਆਦਾ ਔਖੀ ਇੰਟਰਵਿਊ ਨਹੀਂ ਹੁੰਦੀ। ਇੱਕ ਸਿੰਪਲ ਕੁਐਸਚਨਿੰਗ ਹੁੰਦੀ ਹੈ ਕਿ ਤੁਸੀਂ ਕਿਉਂ ਜਾਣਾ, ਕੀ ਤੁਹਾਡਾ ਫਾਈਨਾਂਸ ਹੈਗਾ, ਕੌਣ ਮੈਨੇਜ ਕਰ ਰਿਹਾ, ਤੁਹਾਡੀ ਫਿਊਚਰ ਕਿੱਥੇ ਦੇਖਦੇ ਹੋ। ਇਟਸ ਵੈਰੀ ਸਿੰਪਲ। ਤੁਹਾਨੂੰ ਸਾਡੇ ਆਫਿਸ ਦੇ ਵਿੱਚ ਪੂਰਾ ਗਾਈਡ ਕੀਤਾ ਜਾਂਦਾ ਹੈ, ਤੁਹਾਨੂੰ ਫਿਜ਼ੀਕਲੀ ਕਿਸ ਤਰ੍ਹਾਂ ਇੰਟਰਵਿਊ ਹੋਏਗੀ ਪੂਰਾ ਤਿਆਰ ਕੀਤਾ ਜਾਂਦਾ ਹੈ। ਸਾਡੇ ਐਕਸਪਰਟ ਟੀਮ ਵੱਲੋਂ ਜਿਹੜਾ UK ਸਟੱਡੀ ਵੀਜ਼ਾਸ ਬਹੁਤ ਜ਼ਿਆਦਾ ਐਕਸਪਰਟ ਨੇ ਔਰ ਵੀਜ਼ਾਸ ਲੈ ਚੁੱਕੇ ਨੇ, ਸੈਂਕੜਾ ਵੀਜ਼ਾ ਲੈ ਚੁੱਕੇ, ਉਹ ਤੁਹਾਨੂੰ ਟੀਮ ਸਾਡੀ ਜਿਹੜੀ ਹੈ ਉਹ ਤਿਆਰੀ ਕਰਵਾਏਗੀ। ਪਰ ਜਿਹੜੇ ਬੱਚੇ ਫਿਰ ਵੀ ਕੈਂਡੀਡੇਟ ਡਰਦੇ ਨੇ ਕਿ ਨਹੀਂ ਅਸੀਂ ਇੰਟਰਵਿਊ ਫੇਸ ਨਹੀਂ ਕਰ ਸਕਦੇ, ਤਾਂ ਉਹਨਾਂ ਲਈ ਵੀ ਆਪਸ਼ਨ ਹੈ। ਸਾਡੇ ਕੋਲ ਉਹ ਯੂਨੀਵਰਸਿਟੀਜ਼ ਵੀ ਹੈਗੀਆਂ ਨੇ ਜਿਹੜੀਆਂ ਕਿ ਇੰਟਰਵਿਊਜ਼ ਨਹੀਂ ਲੈਂਦੀਆਂ। ਉਹਦੇ ਵਿੱਚ ਦਾਖਲਾ ਲੈਣ ਦੇ ਲਈ ਤੁਹਾਡੀ ਕੁਝ ਰਿਕੁਆਇਰਮੈਂਟਸ ਹੁੰਦੀ ਹੈ ਕਿ ਉਹ ਫੁੱਲਫਿਲ ਕਰ ਪਾ ਰਹੇ ਹੋ, ਤੇ ਡੈਫੀਨੇਟਲੀ ਤੁਸੀਂ ਉਸ ਐਡਮਿਸ਼ਨ ਲੈ ਸਕਦੇ ਹੋ ਯੂਨੀਵਰਸਿਟੀ ਦੇ ਵਿੱਚ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਸ ਯੂਨੀਵਰਸਿਟੀ 'ਚ ਇੰਟਰਵਿਊ ਲੈਣਾ ਚਾਹੁੰਦੇ ਐਡਮਿਸ਼ਨ ਲੈਣਾ ਚਾਹੁੰਦੇ ਹੋ, ਤੇ ਤੁਹਾਨੂੰ ਪਹਿਲੇ ਆਪਣੀ ਪ੍ਰੋਫਾਈਲ ਨੂੰ ਅਸੈਸਮੈਂਟ ਕਰਾਉਣਾ ਪਏਗਾ। ਅਗਰ ਤੁਹਾਡੀ ਪ੍ਰੋਫਾਈਲ ਉਸ ਤਰੀਕੇ ਦੀ ਹੋਏਗੀ ਤਾਂ ਡੈਫੀਨੇਟਲੀ ਤੁਸੀਂ ਉਹ 'ਚ ਵੀ ਅਪਲਾਈ ਕਰ ਸਕਦੇ ਹੋ। ਪਰ ਮੈਂ ਫਿਰ ਇੱਕ ਵਾਰੀ ਕਹਾਂਗੀ ਕਿ ਇੰਟਰਵਿਊ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਟਸ ਵੈਰੀ ਸਿੰਪਲ। ਅਗਰ ਤੁਸੀਂ ਮੈਂ ਇੱਕ ਇਹ ਵੀ ਗੱਲ ਕਹਾਂਗੀ, ਅਗਰ ਕੋਈ ਕਲਾਇੰਟ ਮੇਰੇ ਕੋਲ ਕਾਫੀ ਕਲਾਇੰਟਸ ਮਿਲੇ ਜਿਹੜੇ ਇੰਟਰਵਿਊ 'ਚੋਂ ਰਿਜੈਕਟ ਹੋ ਚੁੱਕੇ ਸੀਗੇ
नहीं इंटरव्यू क्रैक कर पाए तो उन्होंने साडे ऑफिस इधर ही तैयारी करवाई गई है कि उन्होंने इंटरव्यूज ਨੂੰ क्रैक किया हैगा आ। ये डिपेंड करता है कि सामने वाला कंसल्टेंट ਤੁਹਾਨੂੰ किस तरीके ਨਾਲ रेडी कर रहा, ਤੁਹਾਨੂੰ किस तरीके ਨਾਲ रिप्रजेंट कर रहा है। अगर तुसी रेडी हैगे हो, अगर ਤੁਹਾਡੇ 'ਚ थोड़ा कॉन्फिडेंस है तो ਅਸੀਂ ਤੁਹਾਨੂੰ पूरी तरीके ਨਾਲ ਤਿਆਰ ਕਰਾਂਗੇ। कोई डरन की घबराने की जरूरत नहीं हैगी। इंडिया टू अब्रॉड ਦੀ एक्सपर्ट टीम ਤੁਹਾਨੂੰ इंटरव्यू ਲਈ पूरा रेडी कर देगी। ਜੀ ਸੋ ਦਰਸ਼ਕ ਜਿਹੜੇ ਹੁਣੇ ਜੁੜੇ ਨੇ ਸਾਡੇ ਨਾਲ, ਉਹਨਾਂ ਨੂੰ ਦੱਸ ਦਈਏ ਕਿ ਯੂਕੇ ਜਾਣ ਵਾਲੇ ਬੱਚੇ ਹਜੇ ਵੀ ਐਡਮਿਸ਼ਨ ਲੈ ਸਕਦੇ ਨੇ। ਮਈ ਸੈਸ਼ਨ ਲਈ ਸਤੰਬਰ ਸੈਸ਼ਨ ਦੀ ਐਡਮਿਸ਼ਨਾਂ ਵੀ ਸ਼ੁਰੂ ਹੋ ਗਈਆਂ ਨੇ। ਔਰ ਸਭ ਤੋਂ ਖੂਬਸੂਰਤ ਗੱਲ ਕੀ ਹੈ, ਜਿਹੜੇ ਬੱਚਿਆਂ ਦੇ ਨੰਬਰ ਘੱਟ ਰਹਿ ਗਏ ਆ ਅੰਗਰੇਜ਼ੀ ਦੇ ਵਿੱਚੋਂ, ਜਾਂ ਆਈਲੈਟਸ ਨਹੀਂ ਕੀਤੀ, ਜਾਂ ਆਈਲੈਟਸ ਐਕਸਪਾਇਰ ਹੋ ਗਈ ਆ, ਜਾਂ ਜਿਹੜੇ ਗ੍ਰੈਜੂਏਟ ਬੱਚੇ ਆ ਨੰਬਰ 45-50% ਰਹਿ ਗਏ ਆ, ਕੁਝ ਇੱਕ ਯੂਨੀਵਰਸਿਟੀਆਂ ਹਜੇ ਵੀ ਐਸੇ ਬੱਚਿਆਂ ਨੂੰ ਐਡਮਿਸ਼ਨ ਦੇ ਰਹੀਆਂ ਨੇ ਔਰ ਵੀਜ਼ੇ ਵੀ ਆਉਂਦੇ ਪਏ ਨੇ। ਸੋ ਰੀਸੈਂਟ ਵੀਜ਼ਾ ਜਿਹੜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇੰਡੀਆ ਟੂ ਅਬਰੋਡ ਇਮੀਗ੍ਰੇਸ਼ਨ ਦਫ਼ਤਰਾਂ 'ਚ ਵਿਜ਼ਿਟ ਕਰ ਸਕਦੇ ਹੋ। ਘੱਟ ਨੰਬਰਾਂ 'ਤੇ ਯੂਕੇ ਜਾਣਾ ਚਾਹੁੰਦੇ ਹੋ, 45% ਗ੍ਰੈਜੂਏਸ਼ਨ 'ਚੋਂ ਨੰਬਰ ਜਾਂ 50% ਆ, ਤੁਸੀਂ ਯੂਕੇ ਜਾ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ 9217 670 670 ਨੰਬਰ ਤੇ ਕਾਲ ਕਰ ਸਕਦੇ ਹੋ। 9217670670 670 9217 670 670 ਨੰਬਰ ਤੇ। ਸੋ ਮੈਡਮ ਜਿਹੜੀ ਯੂਨੀਵਰਸਿਟੀ ਤੁਸੀਂ ਗੱਲ ਕਰ ਰਹੇ ਹੋ ਕਿ ਇੰਟਰਵਿਊਜ਼ ਨਹੀਂ ਹੁੰਦੀਆਂ ਜਾਂ ਘੱਟ ਨੰਬਰਾਂ ਤੇ ਐਡਮਿਸ਼ਨ ਦੇ ਦਿੰਦੀਆਂ ਜਾਂ ਬੱਚਾ ਸਪਾਊਸ ਦੇ ਨਾਲ ਆਪਣੇ ਜਾ ਸਕਦਾ ਹੈ ਜੀ, ਕੀ ਕੋਈ ਰਿਮੋਟ ਏਰੀਆਜ਼ ਦੇ ਵਿੱਚ ਦੂਰ ਦਰਾਡੇ ਕਿਤੇ ਜੰਗਲਾਂ ਦੇ ਵਿੱਚ ਕਈ ਯੂਨੀਵਰਸਿਟੀਆਂ ਹੁੰਦੀਆਂ ਜਿੱਥੇ ਆਬਾਦੀ ਘੱਟ ਹੋਗੀ, ਕੋਈ ਨਹੀਂ ਆਉਂਦਾ ਜਾਂਦਾ, ਕਈ ਵਾਰ ਉਹ ਬੱਚਿਆਂ ਨੂੰ ਥੋੜੀ ਰਿਲੈਕਸ ਕਰਨ ਲਈ ਜਾਂ ਲੁਭਾਵਨੇ ਇਸ਼ਤਿਹਾਰ ਦੇ ਕੇ ਜਾਂ ਐਡ ਦੇ ਕੇ ਤੇ ਉਹਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੀਆਂ, ਕੀ ਇਹ ਯੂਨੀਵਰਸਿਟੀਆਂ ਦੂਰ ਦਰਾਡੇ ਦੀਆਂ ਹੋਣਗੀਆਂ ਜਾਂ ਕੋਈ ਚੰਗੇ ਸ਼ਹਿਰਾਂ ਦੀ ਯੂਨੀਵਰਸਿਟੀਆਂ ਨਹੀਂ ਹੈਗੀਆਂ ਵਿੱਚ? नहीं मनीष जी, मैं थोड़ी इत्थे जवाब देना चाहांगी क्योंकि पंजाब का कोई भी बच्चा अगर जो पढ़न जाता है तो चाहता है कि वो अगले समैसटर की फीस खुद अरेंज करे, पंजाब तो नहीं मंगवाना चाहता। तो मैं उन्होंने सारे क्लाइंट को दसना चाहती कि यूनीवर्सिटीज़ कोई दूर दहाके दियां कोई बहुत ही पिछोकड़ एरिया च नहीं होणगियां, तुहानूं एक अच्छे सिटीज़ दे विच भेजा जाएगा जिसे तुहानूं काम कर भी मिले। क्योंकि काफ़ी कंसल्टेंट इहो जिहा काम करते हैं कि बहुत दूर दराके तुहानूं यूनीवर्सिटीज़ लैके दे दिंदे ने, लेकिन तुहानूं एक अच्छे डिवेलप एरिया दे विच ही यूनीवर्सिटीज़ मिलणगियां। क्योंकि ਜਦੋਂ ਤੁਸੀਂ ਅਪਲਾਈ ਕਰਨ ਆਓਗੇ ਤੁਹਾਨੂੰ ਯੂਨੀਵਰਸਿਟੀਜ਼ ਅਸੈਸਮੈਂਟ ਤੋਂ ਬਾਅਦ ਦੱਸੀਆਂ ਜਾਣਗੀਆਂ। अगर तुसी यूनीवर्सिटीज़ नूं ओके करते हैं दैन थोड़ा अगे जो केस है प्रोसीड किया जाएगा। तुहानूं साडे ऑफिस विच कोई भी गलत कमिटमेंट या कोई भी फेक कमिटमेंट नहीं की जाएगी जिहड़ा कि तुहाडा फ्यूचर नूं या तुहानूं अगे जाण तो रोके। मेन क्लाइंट नूं हुंदा है कि उहनूं अच्छे एरिया च भेजा जाए, जो तुहानूं बेफिक्र हो जाओ, तुहानूं अच्छे और अच्छी सिटीज़ भेजा जाएगा जी। सो तुसी लंडन च जाना चाहुंदे हो, बर्मिंघम जाना चाहुंदे हो, स्कॉटलैंड जाना चाहुंदे हो या किसी भी एरिया दे विच जाना चाहुंदे हो, सेंट मेरी यूनीवर्सिटी जाना चाहते हो, किंगस्टन जाना चाहते हो, लंडन साउथ बैंक यूनीवर्सिटी जाना चाहते हो, यूनीवर्सिटी कॉलेज बर्मिंघम जिन्हों UC भी कहते हैं उत्थे जाना चाहते हो, BCU जाना चाहते हो, यूनीवर्सिटी ऑफ वुलवरहैम्पटन जाना चाहते हो, लंडन साउथ बैंक यूनीवर्सिटी जाना चाहते हो, सेंट मेरी यूनीवर्सिटी जाना चाहते हो, वूस्टर जाना चाहते हो, इस तो अलावा बैडफोर्डशायर यूनीवर्सिटी है, सो ग्रीनविच यूनीवर्सिटी है, किसी भी यूनीवर्सिटी में तुम जाना चाहते हो सब तो पहली गल की है थोड़ी एलिजिबिलिटी बनती होनी चाहिए। सो हर एक यूनीवर्सिटी का एलिजिबिलिटी क्राइटेरिया हो रहा है। कुछ एक यूनीवर्सिटियां पंजाब के बच्चों नहीं लै रही, कुछ एक यूनीवर्सिटियां 6 बैंड के नाल लै रही, कुछ एक यूनीवर्सिटियां बिना IELTS तो लै रही, कुछ एक यूनीवर्सिटियां 70% अंग्रेजी चो नंबर मंगदे, कुछ एक यूनीवर्सिटियां कहते साढ़े को 40% नंबर दो असीं फिर भी एडमिशन दे देंगे। कुछ यूनीवर्सिटियां प्री कैस इंटरव्यू लैंदियां यानी तुहानूं कैस लैटर देने तो पहले 1-2 इंटरव्यू कंडक्ट करदियां। कुछ यूनीवर्सिटियां कहंदियां जे तुहाडे नंबर चंगे आ, तुसीं पढ़न लिखण वाले स्टूडेंट हो, तुहाडे चंगा स्कोर हैगा तो सानूं किसी तरह की इंटरव्यू की भी लोड़ नहीं। सो एक पर्टिकुलर प्रोफाइल नूं इत्थे डिस्कस नहीं किया जा सकता, हर प्रोफाइल नाल संबंधित हर एक यूनीवर्सिटी जिहड़ी आ ओह अवेलेबल है। हुण तुहाडा प्रोफाइल किस यूनीवर्सिटी दे विच फॉल करदा है, तुहानूं किहड़ी यूनीवर्सिटी एडमिशन देगी, दैट डिपेंड्स। अपना प्रोफाइल असैस करवाउण लई तुहाडा किहड़ी यूनीवर्सिटी च एडमिशन हो सकता है उस बाबत जानकारी लिए कॉल कर सकते हो 9217 670 670 नंबर ते, या इंडिया टू अब्रॉड इमीग्रेशन के जलंधर ऑफिस, बठिंडा ऑफिस, लुधियाना ऑफिस ते चंडीगढ़ ऑफिस तुसीं विजिट कर सकते हो। आउण तो पहला अपॉइंटमेंट जरूर लै लवो 9217 670 670 नंबर ते। सो स्पाउस केसिस की थोड़ी गल कर लीए, यूके के स्पाउस केसिस और ग्रैजुएट बच्चों की गल कर लीए, जिहड़े ग्रैजुएट आ वो उन्हां दा प्रोफाइल किहड़ा चाहीदा हुण? जिवें मैं शो की शुरुआत में किया कि अगर किसी भी कैंਡੀਡੇਟ ने 2009 के ग्रैजुएशन की और जस्टिफिकेशन वो अपनी गैप का है तो डेफिनेटली यूके स्टडी वीज़ा ते जा सकता है और वो स्पाउस को ओपन वर्क परमिट मिलेगा। अगर उन्होंने फैमिली बेबी भी है तो भी उन्होंने नाल ट्रैवल कर लेंगे। अगर थोड़े नंबर भी घट ने, अगर तुसी IELTS नहीं भी की तो भी थोड़े लिए ऑप्शंस अवेलेबल है, लेकिन जो ऑप्शंस है वो आफ्टर असैसमेंट बाद ही असी दस पावांगे। सितंबर इनटेक के लिए सीटां अवेलेबल है। अगर
ਚਾਹੁੰਦੇ ਹੋ ਕਿ ਤੁਸੀਂ ਯੂਕੇ ਵਰਗੀ ਕੰਟਰੀ 'ਚ ਆਪਣਾ ਭਵਿੱਖ ਦੇਖਣਾ ਚਾਹੁੰਦੇ ਹੋ ਸੁਨਹਿਰਾ, ਤੇ ਸਾਨੂੰ ਕਾਲ ਕਰਕੇ ਆਪਣੀ ਅਸੈਸਮੈਂਟ ਕਰਵਾ ਕੇ ਆਪਣਾ ਕੇਸ ਜਿਹੜਾ ਪ੍ਰੋਸੀਡ ਕਰ ਸਕਦੇ ਹੋ, ਕਿਉਂਕਿ ਹਜੇ ਯੂਨੀਵਰਸਿਟੀਜ਼ ਹੈ ਜਿਹੜਾ ਕਿ ਇੰਨਾ ਗੈਪ ਔਰ ਤੁਹਾਡੇ ਘੱਟ ਨੰਬਰਾਂ ਤੇ ਤੁਹਾਨੂੰ ਐਕਸੈਪਟ ਕਰ ਰਹੀਆਂ ਹੈ, ਹੋ ਸਕਦਾ ਕੱਲ੍ਹ ਇਹ ਚੀਜ਼ ਨਾ ਹੋਵੇ। ਸੋ ਮੌਕੇ ਨੂੰ ਸੰਭਾਲੋ। ਅਗਰ ਤੁਸੀਂ ਚਾਹੁੰਦੇ ਹੋ ਕਿ ਇਹ ਟਾਈਮਿੰਗ ਤੁਹਾਡੇ ਲਈ ਹੈ, ਤੁਸੀਂ ਦਿਮਾਗ 'ਚ ਪਲਾਨ ਕੀਤਾ ਹੋਇਆ ਯੂਕੇ ਲਈ, ਤੇ ਇਹੀ ਰਾਈਟ ਟਾਈਮ ਹੈ ਆਪਣਾ ਅਪਲਾਈ ਕਰਨ ਦਾ, ਕੇਸ ਨੂੰ ਅੱਗੇ ਪ੍ਰੋਸੀਡ ਕਰਨ ਦਾ। ਐਮਬੈਸੀ ਦੀਆਂ ਇੰਟਰਵਿਊ ਕਿੰਨੀਆਂ ਕੁ ਆਉਂਦੀਆਂ ਪਈਆਂ, ਔਰ ਜੇ ਆਉਂਦੀਆਂ ਤੇ ਕੀ ਐਮਬੈਸੀ ਦੀ ਇੰਟਰਵਿਊ ਬੱਚਾ ਕਲੀਅਰ ਕਰ ਪਾ ਰਿਹਾ ਹੈ? ਬਿਲਕੁਲ ਨਹੀਂ ਜੀ, ਅੰਬੈਸੀਜ਼ ਇੰਟਰਵਿਊਜ਼ ਬਹੁਤ ਨਾਰਮਲ ਹੈ, ਜ਼ਿਆਦਾ ਨਹੀਂ ਆ ਰਹੀਆਂ। ਜਿੱਥੇ ਕਿਤੇ ਕਿਤੇ ਲੱਗਦਾ ਅੰਬੈਸੀ ਨੂੰ ਕਲੀਅਰ ਨਹੀਂ ਹੁੰਦਾ ਫਾਈਲ, ਉਹ ਡੈਫੀਨੇਟਲੀ ਸਟੂਡੈਂਟ ਨੂੰ ਕਾਲ ਕਰ ਸਕਦਾ ਹੈ। ਸਟੂਡੈਂਟ ਨੇ ਸਟੱਡੀ ਵੀਜ਼ਾ ਅਪਲਾਈ ਕੀਤਾ, ਉਹਨੂੰ ਪਤਾ ਹੋਣਾ ਚਾਹੀਦਾ ਉਹਦਾ ਕਾਲਜ ਕਿਹੜਾ, ਉਹਦਾ ਕੋਰਸ ਕਿਹੜਾ, ਉਹਨੇ ਕਿੰਨੇ ਫੰਡਸ ਆਪਣੇ ਮੈਨੇਜ ਕਿਵੇਂ ਕੀਤਾ ਹੈਗਾ। ਤੇ ਨਾਰਮਲੀ ਕੁਐਸਚਨਿੰਗ ਆ, ਸਿੱਧਾ ਆਪਣੇ ਹਰ ਇੱਕ ਕਲਾਇੰਟ ਨੂੰ ਪਹਿਲੇ ਹੀ ਕਵਰ ਕੀਤਾ ਹੁੰਦਾ, ਉਹਨੂੰ ਪਹਿਲੇ ਹੀ ਇੰਨਾ ਟ੍ਰੇਨ ਕੀਤਾ ਹੁੰਦਾ ਕਿ ਉਹਨੂੰ ਚਾਹੇ ਯੂਨੀਵਰਸਿਟੀ ਤੋਂ ਕਾਲ ਆਏ ਚਾਹੇ ਅੰਬੈਸੀ ਤੋਂ ਕਾਲ ਆਏ, ਸਾਡਾ ਬੱਚਾ ਪ੍ਰਿਪੇਅਰ ਹੁੰਦਾ ਹੈ। ਇਹ ਡਿਪੈਂਡ ਕਰਦਾ ਕੰਸਲਟੈਂਟ ਤੇ, ਚਾਹੇ ਜਿੱਥੋਂ ਮਰਜ਼ੀ ਕਾਲ ਆਏ, ਕਿਉਂਕਿ ਉਹਨੇ ਸਟੱਡੀ ਤੇ ਜਾਣਾ, ਡੈਫੀਨੇਟਲੀ ਉਹ ਅਵੇਅਰ ਹੋਣਾ ਚਾਹੀਦਾ। ਤੇ ਜ਼ਿਆਦਾ ਅੰਬੈਸੀ ਜਿਹੜੀ ਇੰਨੀ ਕਾਲ ਨਹੀਂ ਕਰਦੀ, ਯੂਨੀਵਰਸਿਟੀਜ਼ ਇੰਟਰਵਿਊ ਲੈ ਲੈਂਦੀ ਹੈਗੀ ਆ। ਯੂਨੀਵਰਸਿਟੀ ਦੀ ਇੰਟਰਵਿਊ ਕਰੈਕ ਕਰਨਾ ਜ਼ਿਆਦਾ ਇੰਪੋਰਟੈਂਟ ਹੈਗਾ ਆ ਜੀ। ਸੋ ਇਹਦੇ ਵਿੱਚ ਕੁਝ ਯੂਨੀਵਰਸਿਟੀਆਂ ਐਸੀਆਂ ਵੀ ਹੈਗੀਆਂ ਜਿਹੜੀਆਂ ਆਪਣੀ ਇੰਟਰਵਿਊ ਰਹੀ ਲੈਂਦੀਆਂ, ਉਸ ਤੋਂ ਬਿਨਾਂ ਤੁਹਾਨੂੰ ਕੈਂਸਲ ਲੈਟਰ ਦੇ ਦਿੰਦੀਆਂ। 50% ਚਾਂਸ ਹੁੰਦੇ ਆ ਤੁਹਾਡੇ ਕਿ ਤੁਹਾਨੂੰ ਅੰਬੈਸੀ ਤੋਂ ਇੰਟਰਵਿਊ ਆ ਜਾਏ, ਔਰ ਜੇ ਅੰਬੈਸੀ ਤੋਂ ਇੰਟਰਵਿਊ ਆ ਵੀ ਜਾਂਦੀ ਹੈ ਤਾਂ ਸਿਰਫ ਤੁਹਾਨੂੰ ਇਹੀ ਸਵਾਲ ਪੁੱਛੇ ਜਾਂਦੇ, ਤੁਸੀਂ ਕਿਹੜੇ ਯੂਨੀਵਰਸਿਟੀ 'ਚ ਜਾ ਰਹੇ ਹੋ, ਉਹਦੀ ਫੀਸ ਕਿੰਨੀ ਹੈ, ਤੁਸੀਂ ਫੀਸ ਪੇ ਕਿੰਨੀ ਕੀਤੀ ਹੋਈ ਹੈ, ਤੁਹਾਨੂੰ ਫੰਡ ਸਪਾਂਸਰ ਕੌਣ ਕਰ ਰਿਹਾ ਹੈ, ਤੁਹਾਡੇ ਤੇ ਖਰਚਾ ਕੌਣ ਕਰ ਰਿਹਾ ਹੈ, ਤੁਸੀਂ ਇਹ ਪੜ੍ਹਾਈ ਯੂਕੇ 'ਚ ਕਿਉਂ ਕਰਨ ਚੱਲੇ ਹੋ, ਤੁਹਾਡੀ ਪੜ੍ਹਾਈ ਦੇ ਵਿੱਚ ਕਿਹੜੇ ਕਿਹੜੇ ਮੋਡਿਊਲਸ ਨੇ, ਤੁਸੀਂ ਪੜ੍ਹਾਈ ਤੋਂ ਬਾਅਦ ਕੀ ਕਰੋਗੇ, ਜੇ ਇੰਡੀਆ ਵਾਪਸ ਆਓਗੇ ਤਾਂ ਕਿਸ ਤਰ੍ਹਾਂ ਦੀ ਜੌਬਸ ਕਰੋਗੇ। ਸੋ ਇਸ ਤਰ੍ਹਾਂ ਦੇ ਸਵਾਲਾਤ ਹੁੰਦੇ ਨੇ, ਉਹ ਤੁਹਾਨੂੰ ਸਵਾਲ ਪਹਿਲਾਂ ਦੱਸੇ ਜਾਂਦੇ ਨੇ, ਸਮਝਾਏ ਜਾਂਦੇ ਨੇ। ਔਰ ਵੈਸੇ ਵੀ ਜਿਹੜੇ ਬੱਚੇ ਨੇ ਯੂਕੇ ਜਾਣਾ ਹੈ ਉਹਨੂੰ ਇਹ ਚੀਜ਼ਾਂ ਸਾਰੀਆਂ ਪਹਿਲਾਂ ਪਤਾ ਹੁੰਦੀਆਂ। ਸੋ ਜ਼ਿਆਦਾ ਜਾਣਕਾਰੀ ਲਈ ਯੂਕੇ ਸੰਬੰਧੀ ਚਾਹੁੰਦੇ ਹੋ ਤਾਂ 9217 670 ਨੰਬਰ ਤੇ ਕਾਲ ਕਰ ਸਕਦੇ ਹੋ। ਇੰਡੀਆ ਟੂ ਬਰੋਡ ਇਮੀਗ੍ਰੇਸ਼ਨ ਨੂੰ ਮਿਲ ਸਕਦੇ ਹੋ ਜਲੰਧਰ ਆਫਿਸ, ਬਠਿੰਡਾ ਆਫਿਸ, ਲੁਧਿਆਣਾ ਆਫਿਸ ਤੇ ਚੰਡੀਗੜ੍ਹ ਆਫਿਸ ਦੇ ਵਿੱਚ ਆ ਕੇ 9217 670 ਨੰਬਰ ਤੇ ਕਾਲ ਕਰਕੇ। ਸੋ ਇੱਕ ਚੀਜ਼ ਹੋਰ ਦੱਸੋ, ਜਿਹੜੇ ਬੱਚੇ ਘੱਟ ਨੰਬਰਾਂ ਵਾਲੇ ਯੂਨੀਵਰਸਿਟੀਜ਼ ਲੈ ਰਹੀ ਹੈ, ਕੁਝ ਬੱਚੇ ਨੂੰ ਬਿਨਾਂ ਇੰਟਰਵਿਊ ਤੋਂ ਐਡਮਿਸ਼ਨਸ ਮਿਲ ਰਹੀਆਂ, ਕੁਝ ਤੇ ਇੰਟਰਵਿਊਜ਼ ਹੋ ਵੀ ਰਹੀਆਂ, ਬਹੁਤੇ ਬੱਚੇ ਇਹੋ ਜਿਹੇ ਵੀ ਹੋਣਗੇ ਜਿਹੜੇ ਇੰਟਰਵਿਊਜ਼ ਦੇ ਦਿੰਦੇ ਨੇ ਬਟ ਇੰਟਰਵਿਊਜ਼ ਕਲੀਅਰ ਨਹੀਂ ਕਰ ਪਾਉਂਦੇ ਜਾਂ ਡਰਦੇ ਨੇ। ਕੀ ਯੂਕੇ ਤੋਂ ਇਲਾਵਾ ਕੋਈ ਹੋਰ ਮੁਲਕ ਹੈਗੇ ਜਿੱਥੇ ਬੱਚੇ ਜਾ ਸਕਦੇ ਬਿਨਾਂ ਇੰਟਰਵਿਊ ਤੋਂ ਜਾਂ ਬਿਨਾਂ ਆਈਲੈਟਸ ਤੋਂ ਜਾਂ 5-7-10 ਸਾਲ ਦੇ ਗੈਪ ਦੇ ਨਾਲ 12ਵੀਂ ਤੋਂ ਬਾਅਦ? ਦੇਖੋ ਜੀ, ਪਹਿਲੇ ਵੀ ਮੈਂ ਜਿਵੇਂ ਆਪਾਂ ਗੱਲ ਕਰਦੇ ਕਿ ਆਈ ਅਗਰ ਇੰਟਰਵਿਊ ਨਹੀਂ ਦੇ ਸਕਦੇ, ਸਿਰਫ ਉਹਨਾਂ ਨੂੰ ਪੂਰਾ ਰੈਡੀ ਕਰਵਾਵਾਂਗੇ ਇੰਟਰਵਿਊ ਦੇ ਲਈ। ਔਰ ਕੋਈ ਯੂਨੀਵਰਸਿਟੀਜ਼ ਆ ਜਿਹੜੇ ਨੇਵੀ ਇੰਟਰਵਿਊ ਲੈਂਦੀਆਂ, ਬਟ ਇੱਥੇ ਗੱਲ ਹੈ ਉਹਨਾਂ ਬੱਚਿਆਂ ਦੀ ਜਿਨ੍ਹਾਂ ਦੀ ਸਟੱਡੀ 'ਚ ਬਹੁਤ ਜ਼ਿਆਦਾ ਗੈਪ ਹੈ, ਜਿਨ੍ਹਾਂ ਦੀ ਪੋਕਟ ਵੀ ਸ਼ਾਇਦ ਉਹਨਾਂ ਅਲਾਉ ਨਹੀਂ ਕਰ ਪਾਉਂਦੀ ਕਿ ਉਹ ਯੂਕੇ, ਕੈਨੇਡਾ ਜਾਂ US ਵਰਗੀ ਕੰਟਰੀਆਂ 'ਚ ਸਟੱਡੀ ਕਰ ਸਕਣ, ਜਾਂ ਫਿਰ ਉਹਨਾਂ ਦੀ ਸਟੱਡੀ 'ਚ ਗੈਪ ਬਹੁਤ ਜ਼ਿਆਦਾ ਹੋ ਜਾਂਦਾ, ਉਹਨਾਂ ਕੋਲ ਜਸਟੀਫਿਕੇਸ਼ਨ ਨਹੀਂ ਹੁੰਦੀ। ਸੋ ਉਹਨਾਂ ਸਾਰੇ ਕਲਾਇੰਟਸ ਲਈ ਮੈਂ ਇੱਕ ਵਾਰ ਫਿਰ ਕਹਾਂਗੀ, ਬਹੁਤ ਜ਼ਿਆਦਾ ਗੈਪ ਹੈ ਤੁਹਾਡੇ 'ਚ, 10, 15, 20 ਸਾਲ ਦਾ ਗੈਪ ਹੈ, ਤੁਹਾਡੀ ਏਜ ਜ਼ਿਆਦਾ ਹੋ ਚੁੱਕੀ ਹੈ, ਤੁਹਾਡੇ ਕੋਲ ਫੰਡਸ ਨਹੀਂ ਹੈਗੇ, ਜਾਂ ਤੁਹਾਡਾ ਜਿਹੜਾ ਐਕਸਪੀਰੀਅੰਸ ਉਹ ਜਸਟੀਫਿਕੇਸ਼ਨ 'ਚ ਨਹੀਂ ਆ ਰਿਹਾ, ਜਾਂ ਤੁਹਾਡੇ ਕੋਲ ਪਾਕਟ ਨਹੀਂ ਅਲਾਉ ਕਰਦੀ ਕਿ ਤੁਸੀਂ ਬਹੁਤ ਵੱਡੀ ਕੰਟਰੀਜ਼ ਜਾ ਕੇ ਸਟੱਡੀ ਕਰ ਸਕੋ। ਸੋ ਉਹਨਾਂ ਸਾਰੇ ਕਲਾਇੰਟਸ ਦੇ ਲਈ ਬੈਸਟ ਆਪਸ਼ਨ ਹੈ ਯੂਕਰੇਨ ਸਟੱਡੀ ਵੀਜ਼ਾ ਦੀ। ਯੂਰਪ ਦਾ ਇੱਕ ਪਾਰਟ ਹੈ ਯੂਕਰੇਨ, ਔਰ ਅੱਜ ਅਗਰ ਯੂਕਰੇਨ ਦੀ ਮੈਂ ਗੱਲ ਕਰਾਂ, ਬਹੁਤ ਸਟੂਡੈਂਟ ਜਾ ਕੇ ਆਪਣੀ ਇੱਕ ਜੋ ਤੁਹਾਡੀ ਸਟੱਡੀ 'ਚ ਗੈਪ ਆ ਚੁੱਕਾ ਸੀਗਾ ਉਹਨੂੰ ਕਵਰ ਕਰਕੇ ਫਿਊਚਰ ਆਪਣਾ ਭਵਿੱਖ ਬਣਾ ਸਕਦਾ ਹੈ। ਇੱਥੇ ਮੈਂ ਗੱਲ ਕਰਾਂਗੀ ਜਿਹੜਾ ਬੱਚਾ ਸਟੱਡੀ ਕਰਨਾ ਚਾਹੁੰਦਾ ਉਹੀ ਚਾਹੇ ਯੂਕਰੇਨ ਜਾਂ ਆਪਣਾ ਫਿਊਚਰ ਨੂੰ ਸੈੱਟ ਕਰਨਾ ਚਾਹੁੰਦਾ, ਫਾਇਦਾ ਕੀ ਹੋਏਗਾ? ਇੱਕ ਤਾਂ ਤੁਹਾਡਾ ਜਿਹੜਾ ਗੈਪ ਹੈ ਉਹ ਜਸਟੀਫਿਕੇਸ਼ਨ ਹੋ ਜਾਏਗਾ, ਜਿਹੜਾ ਤੁਹਾਡਾ ਇੰਟਰਨੈਸ਼ਨਲ ਸਟੂਡੈਂਟ ਦਾ ਟੈਗ ਤੁਹਾਨੂੰ ਮਿਲ ਜਾਏਗਾ, ਔਰ ਯੂਕਰੇਨ 'ਚ ਅਗਰ ਤੁਸੀਂ ਲੀਗਲ 6 ਮੰਥ ਰਹਿ ਜਾਂਦੇ ਹੋ ਤੁਹਾਡਾ TRC ਕਾਰਡ ਬਣ ਜਾਂਦਾ ਹੈ। TRC ਕਾਰਡ ਬਣਨ ਤੋਂ ਬਾਅਦ ਕੋਈ ਵੀ ਕੈਂਡੀਡੇਟ ਯੂਕਰੇਨ ਜਿਹੜਾ ਸਟੂਡੈਂਟ ਵੀਜ਼ਾ ਤੇ ਹੈ ਉਹ ਸ਼ੈਨਗਨ 'ਚ ਟਰੈਵਲ ਕਰ ਸਕਦਾ, ਲੇਕਿਨ ਉਹਦੀ ਫਸਟ ਆਪਸ਼ਨ ਹੋਏਗੀ TRC ਕਾਰਡ। ਇੱਕ ਯੂਕਰੇਨ ਬੈਸਟ ਆਪਸ਼ਨ ਹੈ ਉਹਨਾਂ ਸਟੂਡੈਂਟਸ ਦੇ ਲਈ ਜਿਹੜਾ ਬਹੁਤ ਸਾਰਾ ਗੈਪ ਕਰ ਚੁੱਕੇ ਨੇ, ਬਹੁਤ ਹੀ ਘੱਟ ਖਰਚੇ 'ਚ, ਕਿ ਨੋਮੀਨਲ ਜਿਹੜਾ ਤੁਹਾਡਾ ਖਰਚਾ ਹੋਏਗਾ ਔਰ ਇਹਦੀ ਟੋਟਲ ਫੀਸ ਜਿਹੜੀ ਹੋਏਗੀ ਉਹ ਆਫਟਰ ਗ੍ਰਾਂਟ ਆਫ ਦਾ ਵੀਜ਼ਾ ਹੋਏਗੀ। ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੋਣ ਦਾ ਇਹਦੇ ਵਿੱਚ ਚਾਂਸ ਨਹੀਂ ਹੈ। ਤੁਹਾਡੇ ਕੋਲ ਫੰਡਸ ਵੀ ਨਹੀਂ ਹੈਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ, ਤੁਸੀਂ ਇੱਕ ਵਾਰ ਸਾਨੂੰ ਆਫਿਸ ਆ ਕੇ ਜ਼ਰੂਰ ਮਿਲ ਸਕਦੇ ਹੋ। ਇੱਥੇ ਮੈਂ ਕਹਾਂਗੀ ਕਾਫੀ ਸਟੂਡੈਂਟ ਕਹਿੰਦੇ ਮਤਲਬ ਸਾਡੇ ਕੋਲ ਕਾਫੀ ਕਾਲਸ ਆਉਂਦੀਆਂ ਵਰਕ ਪਰਮਿਟ ਮਿਲ ਜਾਵੇ ਸਾਨੂੰ ਜਾਂ ਕੁਝ ਹੋ ਜਾਵੇ, ਇਹੋ ਜਿਹਾ ਕੁਝ ਨਹੀਂ ਹੁੰਦਾ। ਮੈਂ ਬਾਰ-ਬਾਰ ਮੰਚ ਤੋਂ ਕਲੀਅਰ ਕਰਦੀ ਹਾਂ ਕਿ ਵਰਕ ਪਰਮਿਟ ਨਾਮ ਵਰਗੀ ਚੀਜ਼ ਵੱਡੀ ਕੰਟਰੀਜ਼ ਕੁਝ ਨਹੀਂ ਹੁੰਦੀ। ਅਗਰ ਤੁਸੀਂ ਇਹ ਸਟੱਡੀ ਤੇ ਚਾਹੁੰਦੇ ਹੋ ਤੇ ਫਿਊਚਰ ਤੁਸੀਂ ਉੱਥੇ ਯੂਕਰੇਨ 'ਚ ਕੰਮ ਕਰਕੇ ਆਪਣਾ ਸੁਨਹਿਰੀ ਭਵਿੱਖ ਬਣਾ ਸਕਦੇ ਹੋ। ਗੱਲ ਇੱਥੇ ਇਹ ਹੈ ਕਿ ਹੁਣ ਤੁਸੀਂ ਇੱਥੇ ਪੰਜਾਬ 'ਚ ਬੈਠੇ ਹੋ, ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ, ਘੱਟ ਸੈਲਰੀ ਹੈ, ਸਮਝ ਨਹੀਂ ਆ ਰਿਹਾ ਹੁਣ ਕੀ ਕਰੀਏ। ਐਟਲੀਸਟ ਤੁਸੀਂ ਆਪਣੀ ਸ਼ੁਰੂਆਤ ਕਰ ਸਕਦੇ ਹੋ ਯੂਕਰੇਨ ਤੋਂ, ਇੱਕ ਕੰਟਰੀ ਤੋਂ ਸ਼ੁਰੂਆਤ ਕਰਕੇ ਤੁਸੀਂ ਯੂਕਰੇਨ ਤੋਂ ਵੱਡੀ ਕੰਟਰੀ ਦਾ ਸੁਪਨਾ ਦੇਖ ਸਕਦੇ ਹੋ, ਉੱਥੇ ਪਹੁੰਚ ਸਕਦੇ ਹੋ। ਅਗਰ ਤੁਸੀਂ ਇੰਡੀਆ 'ਚ ਉਹ ਚੀਜ਼ ਨਹੀਂ ਕਰ ਪਾ ਰਹੇ ਤਾਂ ਯੂਕਰੇਨ ਤੋਂ ਡੈਫੀਨੇਟਲੀ ਤੁਸੀਂ ਇੱਕ ਕੈਨੇਡੀਅਨ ਪਾਲਿਸੀ ਦੇ ਅਕੋਰਡਿੰਗ ਅਗਰ ਤੁਸੀਂ ਯੂਕਰੇਨ ਨੂੰ ਸਟੱਡੀ ਕਰੋ, ਕੈਨੇਡਾ ਗਵਰਨਮੈਂਟ ਔਰ ਯੂਕਰੇਨ ਗਵਰਨਮੈਂਟ ਦੀ ਇੱਕ ਪਾਲਿਸੀਜ਼ ਹੈ ਗੇਟਵੇ ਪਾਲਿਸੀ, ਜਿਹਦੇ ਅੰਡਰ ਤੁਸੀਂ
ਕੈਨੇਡਾ ਟੂਰਿਸਟ ਵੀਜ਼ਾ ਵੀ ਜਾ ਸਕਦੇ ਹੋ, ਸ਼ੈਨਗਨ ਵੀ ਜਾ ਸਕਦੇ ਹੋ ਔਰ ਸ਼ੈਨਗਨ ਕੰਟਰੀ 'ਚ ਸੈੱਟ ਵੀ ਹੋ ਸਕਦੇ ਹੋ ਫਰਦਰ ਪਾਥਵੇ ਦੇ ਥਰੂ ਸਟੱਡੀ ਵੀਜ਼ਾ ਦੇ ਉੱਤੇ 6 ਮੰਥ ਤੋਂ ਬਾਅਦ। ਜੀ ਸੋ ਇਹਦੇ ਵਿੱਚ ਬੱਚੇ ਕੋਲ ਵਰਕਿੰਗ ਰਾਈਟਸ ਕੀ ਰਹਿਣਗੇ ਜਿਹੜਾ ਯੂਕਰੇਨ ਜਾਊਗਾ ਸਟੱਡੀ ਤੋਂ ਬਾਅਦ, ਔਰ ਕੀ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਫਿਰ ਬੱਚੇ ਕੋਲ ਸੈਟਲਮੈਂਟ ਹੈਗੀ ਉੱਥੇ? ਜੀ ਯੂਕਰੇਨ ਦੇਖੋ ਉਹਨਾਂ ਨੂੰ 1 ਸਾਲ ਦੀ ਸਟੱਡੀ ਮਿਲੇਗੀ। ਫਸਟ ਆਫ ਆਲ ਦੈਟ ਇਜ਼ ਦ ਲੈਂਗੁਏਜ ਕੋਰਸਿਸ। ਬੇਸਿਕਲੀ ਬੱਚਾ ਇੱਥੋਂ ਜਾਏਗਾ, ਯੂਕਰੇਨ ਲੈਂਗੁਏਜ ਸਿੱਖੇਗਾ। 2 ਤਰ੍ਹਾਂ ਦੇ ਕੋਰਸਿਸ ਹੁੰਦੇ, ਰਸ਼ੀਅਨ ਲੈਂਗੁਏਜ ਵੀ ਸਿੱਖ ਸਕਦਾ, ਯੂਕਰੇਨ ਲੈਂਗੁਏਜ ਵੀ ਸਿੱਖ ਸਕਦਾ ਹੈ। ਵਰਕਿੰਗ ਰਾਈਟ ਉਹ ਉਹੀ ਹੈ 4 ਆਵਰਸ ਉਹ ਪਰ ਡੇ ਦਾ ਕੰਮ ਕਰ ਸਕਦਾ ਹੈ, ਉਸ ਤੋਂ ਜ਼ਿਆਦਾ ਵੀ ਕਰ ਸਕਦਾ ਹੈ, ਕੋਈ ਉੱਥੇ ਇੰਨੀ ਜ਼ਿਆਦਾ ਰੋਕ ਟੋਕ ਨਹੀਂ ਹੈਗੀ। ਬੱਚਾ ਯੂਕਰੇਨੀਅਨ ਸਟੱਡੀ ਜਿਵੇਂ ਉਸ ਲੈਂਗੁਏਜ ਸਿੱਖਦਾ ਹੈ ਉਹ ਨਾਲ ਕੰਮ ਵੀ ਕਰ ਸਕਦਾ ਔਰ ਆਪਣਾ ਅਗਰ ਬਿਜ਼ਨਸ ਸੈੱਟ ਕਰਨਾ ਚਾਹੁੰਦਾ ਹੈਗਾ ਉਹ ਉੱਥੇ ਆਪਣਾ ਕੋਈ ਛੋਟਾ ਮੋਟਾ ਕੰਮਕਾਰ ਕਰਨਾ ਚਾਹੁੰਦਾ ਹੈ ਜਾਂ ਫਿਰ ਉਹ ਕਿਸੇ ਅੱਛੀ ਪੋਸਟ ਤੇ ਵੀ ਜਾਣਾ ਚਾਹੁੰਦਾ ਉਹ ਜਾ ਸਕਦਾ ਹੈਗਾ। ਸਟਾਰਟਿੰਗ ਵਿੱਚ ਉਹਨੂੰ ਡੈਫੀਨਿਟਲੀ ਛੋਟੀ ਜੌਬ ਕਰਨੀ ਪਏਗੀ, ਲੇਕਿਨ ਜਿਵੇਂ ਉਹ ਯੂਕਰੇਨ ਲੈਂਗੁਏਜ ਸਿੱਖ ਸਕਦਾ ਜ਼ਿਆਦਾ ਵਧੀਆ ਕੰਮ ਕਰ ਸਕਦਾ ਹੈਗਾ। ਸੈਕਿੰਡ 6 ਮੰਥ ਬਾਅਦ ਜਿਵੇਂ ਤੁਹਾਨੂੰ ਕਿਹਾ ਕਿ TRC ਕਾਰਡ ਮਿਲਣਾ, TRC ਤੁਹਾਡਾ ਕਾਰਡ ਜਾਂਦੇ ਹੀ ਅਪਲਾਈ ਹੋ ਜਾਣਾ। ਜਦੋਂ ਤੁਹਾਨੂੰ TRC ਕਾਰਡ ਮਿਲ ਜਾਣਾ ਫਿਰ ਤੁਸੀਂ ਲੀਗਲੀ ਜੋ ਯੂਕਰੇਨ ਦੀ ਟੈਂਪਰੇਰੀ ਰੈਜ਼ੀਡੈਂਸ ਬੰਦੇ ਉੱਥੇ ਰਹਿੰਦੇ ਨੇ ਉਹੀ ਰਾਈਟਸ ਤੁਹਾਨੂੰ ਹੋ ਜਾਣੇ, ਤੁਸੀਂ ਉਸ ਕੰਟਰੀ ਤੋਂ ਦੂਸਰੀ ਕੰਟਰੀ ਜਾ ਸਕਦੇ ਹੋ। ਬੇਸਿਕਲੀ ਇੱਕ ਤੁਹਾਡੇ ਲਈ ਇੱਕ ਗੇਟਵੇ ਬਣ ਜਾਏਗਾ, ਇੱਕ ਜਰੀਆ ਬਣ ਜਾਏਗਾ ਯੂਕਰੇਨ ਵੱਡੀ ਕੰਟਰੀ 'ਚ ਜਾਣ ਦੇ ਲਈ ਔਰ ਲੀਗਲ ਤੌਰ ਦੇ ਨਾਲ, ਕੋਈ ਇਨਲੀਗਲ ਤੌਰ ਤੇ ਨਹੀਂ, ਕਿਉਂਕਿ ਪੰਜਾਬ ਦਾ ਬਹੁਤ ਯੂਥ ਜਿਹੜਾ ਹੈ ਉਹ ਇਨਲੀਗਲ ਤੌਰ ਦੇ ਉੱਤੇ ਯੂਰਪ ਜਾਂਦਾ ਹੈ। ਸੋ ਲੀਗਲ ਤੌਰ ਤੇ ਜਾਓ ਤਾਂ ਕਿ ਤੁਹਾਡੇ ਸਿਰ ਤੇ ਕੋਈ ਤਲਵਾਰ ਨਾ ਹੋਵੇ, ਤੁਹਾਨੂੰ ਕੋਈ ਟੈਨਸ਼ਨ ਨਾ ਹੋਵੇ, ਪਿੱਛੇ ਤੁਹਾਡੀ ਫੈਮਿਲੀਜ਼ ਨੂੰ ਕੋਈ ਟੈਨਸ਼ਨ ਨਾ ਹੋਵੇ। ਲੀਗਲ ਰਹੋਗੇ 6 ਮੰਥ ਬਾਅਦ TRC ਕਾਰਡ ਲਓ ਤੇ ਆਪਣਾ ਦੂਸਰੀ ਕੰਟਰੀਜ਼ ਤੁਸੀਂ ਫਲਾਈ ਕਰ ਸਕਦੇ ਹੋ। ਜੀ ਸੋ ਇੱਕ ਰਸ਼ੀਆ ਦੀ ਗੱਲ ਕਰ ਰਹੇ ਸੀ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ ਤੇ ਕਿ ਤੁਸੀਂ ਰਸ਼ੀਆ ਸਟੱਡੀ ਵੀਜ਼ਾ ਵੀ ਸ਼ੁਰੂ ਕੀਤਾ ਹੈ। ਕਿਉਂ ਜਾਵੇ ਬੱਚਾ ਰਸ਼ੀਆ, ਕਿਹੜੀ ਪੜ੍ਹਾਈ ਮਿਲੂਗੀ, ਕਿੰਨਾ ਪੈਸਾ ਕਮਾ ਸਕਦਾ ਬੱਚਾ ਰਸ਼ੀਆ? 2 ਮਿੰਟ ਉਹਦੇ ਬਾਰੇ ਵੀ ਗੱਲ ਕਰਾਂਗੇ। ਬਿਲਕੁਲ ਮਨੀਸ਼ ਜੀ, ਮੈਂ ਪਹਿਲੇ ਰਸ਼ੀਆ ਸਟੱਡੀ ਵੀਜ਼ਾ ਉਹਨਾਂ ਕੈਂਡੀਡੇਟ ਲਈ ਹੈਗੇ ਜਿਨ੍ਹਾਂ ਦੀ ਉਹੀ ਮੈਂ ਕਿਹਾ ਗੈਪ ਬਹੁਤ ਜ਼ਿਆਦਾ ਹੈ। ਤੁਸੀਂ 10th ਪਾਸ ਹੋ ਤਾਂ ਵੀ ਤੁਸੀਂ ਰਸ਼ੀਆ ਸਟੱਡੀ ਵੀਜ਼ਾ ਲੈ ਸਕਦੇ ਹੋ। ਰਸ਼ੀਆ ਸਟੱਡੀ ਵੀਜ਼ਾ ਲੈਣ ਦੇ ਲਈ ਸਭ ਤੋਂ ਪਹਿਲੇ ਤੁਹਾਨੂੰ ਲੈਂਗੁਏਜ ਕੋਰਸ ਮਿਲੇਗਾ। ਅਗਰ ਤੁਹਾਨੂੰ ਰਸ਼ੀਅਨ ਲੈਂਗੁਏਜ ਆਉਂਦੀ ਹੈ ਤੇ ਤੁਸੀਂ ਉੱਥੇ ਬਿਜ਼ਨਸ ਵੀ ਕਰ ਸਕਦੇ ਹੋ, ਜੌਬ ਵੀ ਕਰ ਸਕਦੇ ਹੋ, ਕੁਝ ਵੀ ਕਰ ਸਕਦੇ ਹੋ। ਰਸ਼ੀਅਨ ਦੀ ਇੱਕ ਪਾਲਿਸੀ ਹੈਗੀ ਰਸ਼ੀਅਨ ਗਵਰਨਮੈਂਟ ਦੀ, ਅਗਰ ਕੋਈ ਵੀ ਕੈਂਡੀਡੇਟ ਰਸ਼ੀਆ 6 ਮੰਥ ਲੀਗਲ ਤੌਰ ਤੇ ਰਹਿੰਦਾ ਹੈ ਤੇ ਉਹ ਸਟੂਡੈਂਟ ਐਲੀਜੀਬਲ ਹੋ ਜਾਂਦਾ ਹੈ ਆਪਣਾ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਅਪਲਾਈ ਕਰਨ ਦੇ ਲਈ। ਉਹ 2 ਸਾਲ ਦਾ ਤੁਹਾਨੂੰ ਮਿਲੇਗਾ। ਤੁਸੀਂ 2 ਸਾਲ ਦਾ ਵੀਜ਼ਾ ਲਿਆ, 2 ਸਾਲ ਆਪਣਾ ਫਿਰ ਵੀਜ਼ਾ ਐਕਸਟੈਂਡ ਕਰਾਇਆ ਔਰ ਆਫਟਰ 5 ਈਅਰ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਸਿਟੀਜ਼ਨ ਦੇ ਲਈ, ਤੁਸੀਂ ਸਿਟੀਜ਼ਨਸ਼ਿਪ ਲੈ ਲੈਂਦੇ ਹੋ। ਰਸ਼ੀਆ ਬੰਦਾ ਉਹੀ ਜਾਏ ਜਿਹੜਾ ਆਪਣਾ 5 ਸਾਲ 'ਚ ਸੋਚਦਾ ਹੈ ਕਿ ਮੈਂ ਆਪਣਾ ਕਰੀਅਰ ਬਣਾ ਲਾਂਗਾ, ਮੈਂ ਇੰਡੀਆ 'ਚ ਕੁਝ ਨਹੀਂ ਕਰ ਰਿਹਾ, ਮੇਰੀ ਸਟੱਡੀ 'ਚ ਗੈਪ ਆ ਗਿਆ 15-20 ਸਾਲ ਦਾ, ਮੇਰੇ ਕੋਲ ਫੰਡਸ ਵੀ ਨਹੀਂ ਹੈਗਾ, ਬਹੁਤ ਘੱਟ ਫੰਡਸ ਹੈ ਔਰ ਮੈਂ ਘੱਟ ਪੈਸੇ ਖਰਚਣਾ ਚਾਹੁੰਦਾ ਹੈ, ਤੇ ਉਹਨਾਂ ਲਈ ਇੱਕ ਬੈਸਟ ਚੋਇਸ ਹੋ ਸਕਦੀ ਹੈ ਰਸ਼ੀਆ। ਲੈਂਗੁਏਜ ਕੋਰਸ ਤੇ ਜਾਓ, ਲੈਵਲ 2 ਤੁਸੀਂ ਅਚੀਵ ਕਰੋ, 2 ਸਾਲ ਬਾਅਦ TRC ਕਾਰਡ ਲਓ, ਉਹਨੂੰ ਐਕਸਟੈਂਡ ਕਰੋ, 5 ਇਅਰਸ ਦੇ ਵਿੱਚ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਸਿਟੀਜ਼ਨ ਲੈਣ ਦੇ ਲਈ। ਅੱਜ ਅਗਰ ਮੈਂ ਗੱਲ ਕਰਾਂ ਪੰਜਾਬ ਤੋਂ ਬਹੁਤ ਬੰਦਾ ਘੱਟ ਜਾਂਦਾ ਰਸ਼ੀਆ, ਲੇਕਿਨ ਬਿਹਾਰ ਤੋਂ ਅਗਰ ਮੈਂ ਗੱਲ ਕਰਾਂ, ਅਹਿਮਦਾਬਾਦ, ਗੁਜਰਾਤ, ਆਪਣਾ ਕੇਰਲਾ, ਇਹ ਸਾਰੇ ਸਟੂਡੈਂਟ ਜੋ ਹੈ ਰਸ਼ੀਆ ਜਾ ਰਹੇ ਨੇ। ਉੱਥੇ MBBS ਮੈਡੀਕਲ ਦੀ ਸਟੱਡੀ ਕਰ ਰਹੇ ਨੇ, ਆਫਟਰ ਲੈਂਗੁਏਜ ਕੋਰਸ ਕੋਈ ਬਿਜ਼ਨਸ ਸੈੱਟ ਕਰ ਚੁੱਕੇ ਨੇ ਔਰ ਬਿਹਾਰ ਦਾ ਇੱਕ ਬੰਦਾ ਹੈ ਜੋ ਉੱਥੇ ਇੱਕ ਮਿਨਿਸਟਰ ਵੀ ਹੈ। ਸੋ ਰਸ਼ੀਆ ਨੂੰ ਐਕਸਪਲੋਰ ਕਰਨ ਦੀ ਜ਼ਰੂਰਤ ਹੈਗੀ ਹੈ, ਅੱਛੀ ਕੰਟਰੀ ਹੈ, ਲੇਕਿਨ ਬੱਚਾ ਫਿਰ ਉਹੀ ਕਹਿੰਦੀ ਹੈ ਕਿ ਥੋੜਾ ਹੌਸਲਾ ਰੱਖ ਕੇ ਜਾਏ ਕਿਉਂਕਿ ਰਸ਼ੀਅਨ ਲੈਂਗੁਏਜ ਦਾ ਇੰਗਲਿਸ਼ ਬਹੁਤ ਘੱਟ ਬੋਲੀ ਜਾਂਦੀ। ਸਭ ਤੋਂ ਪਹਿਲਾਂ ਤੁਹਾਨੂੰ ਲੈਂਗੁਏਜ ਸਿੱਖਣੀ ਪਏਗੀ, ਉਸ ਤੋਂ ਬਾਅਦ ਫਿਊਚਰ ਬ੍ਰਾਈਟ ਹੈ, ਲੇਕਿਨ ਸਟੈਪ ਟੂ ਸਟੈਪ ਚੱਲੇ ਡੈਫੀਨੇਟਲੀ ਹੋਏਗਾ। ਤੁਹਾਡੇ ਲਈ ਅੱਛਾ ਕੀ ਹੈ ਕਿ ਬਹੁਤ ਘੱਟ ਖਰਚਾ ਹੈ, ਗੈਪ ਜਿੰਨਾ ਮਰਜ਼ੀ ਹੋਵੇ ਐਕਸੈਪਟੇਬਲ ਹੈ, ਆਫਟਰ ਵੀਜ਼ਾ ਪੇਮੈਂਟ ਹੈ, ਸੇਫ ਹੋ ਤੁਸੀਂ ਜਾਂਦੇ, ਤੁਹਾਨੂੰ ਕੰਮ ਮਿਲੇਗਾ, ਕੋਈ ਪ੍ਰੋਬਲਮ ਨਹੀਂ ਹੈ, ਅੱਛੀ ਇੱਕ ਡਿਵੈਲਪ ਕੰਟਰੀ ਹੈਗੀ ਰਸ਼ੀਆ। ਜੀ ਕੋਈ ਮੈਸੇਜ ਕੋ ਦੇਣਾ ਚਾਹੋ ਬੱਚਿਆਂ ਨੂੰ? ਜੀ ਲਾਸਟ ਵਿੱਚ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਬੱਚਿਆਂ ਨੂੰ ਜਿਨ੍ਹਾਂ ਦੀ ਸਟੱਡੀ 'ਚ ਬਹੁਤ ਜ਼ਿਆਦਾ ਗੈਪ ਆ ਚੁੱਕਿਆ, ਬਜਟ ਘੱਟ ਹੈ, ਚਾਹੁੰਦੇ ਹੈ ਕਿ ਕਿਤੇ ਨਾ ਕਿਤੇ ਵੀਜ਼ਾ ਲਿੱਤਾ ਜਾਵੇ, ਤੇ ਉਹਨਾਂ ਲਈ ਬਹੁਤ ਅੱਛੀ ਡੈਸਟੀਨੇਸ਼ਨ ਹੈ ਇੰਡੀਆ ਟੂ ਅਬਰਾਡ ਇਮੀਗ੍ਰੇਸ਼ਨ ਤੋਂ। ਸਿਰਫ ਤੁਹਾਨੂੰ ਜ਼ਰੂਰਤ ਹੈ ਸਾਨੂੰ ਕਾਲ ਕਰਨ ਦੀ ਔਰ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਘੱਟ ਖਰਚੇ 'ਚ ਘੱਟ ਸਮੇਂ 'ਚ ਤੁਹਾਨੂੰ ਵੀਜ਼ਾ ਮਿਲੋ, ਤੁਸੀਂ ਫਲਾਈ ਕਰਕੇ ਆਪਣੀ ਡ੍ਰੀਮ ਕੰਟਰੀ ਸਟੱਡੀ ਕਰਨ ਦਾ ਸੁਪਨਾ ਪੂਰਾ ਕਰ ਸਕਦੇ ਹੋ। ਤੇ ਹੁਣੇ ਕਾਲ ਕਰੋ ਸਾਨੂੰ 9217 ਤੇ ਔਰ ਆਪਣੀ ਅਪਾਇੰਟਮੈਂਟ ਫਿਕਸ ਕਰੋ। ਜੀ ਸੋ 9217 ਨੰਬਰ ਤੇ ਕਾਲ ਕਰ ਸਕਦੇ ਹੋ, 9217 670 670 9217 ਔਰ ਇੰਡੀਆ ਟੂ ਅਬਰਾਡ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਮੈਡਮ ਜੋਤੀ ਕਪੂਰ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ। ਤੋ ਇਹਨਾਂ ਦੇ ਜਲੰਧਰ ਆਫਿਸ ਵਿਜ਼ਿਟ ਕਰ ਸਕਦੇ ਹੋ, ਬਠਿੰਡਾ ਆਫਿਸ ਵਿਜ਼ਿਟ ਕਰ ਸਕਦੇ ਹੋ, ਲੁਧਿਆਣਾ ਆਫਿਸ ਵਿਜ਼ਿਟ ਕਰ ਸਕਦੇ ਹੋ ਔਰ ਚੰਡੀਗੜ੍ਹ ਆਫਿਸ ਵਿਜ਼ਿਟ ਕਰ ਸਕਦੇ ਹੋ। ਔਰ UK ਜਾਣ ਦੇ ਜਿਹੜੇ ਗੋਰਾ ਜਾਂ UK ਜਾਣ ਦੀਆਂ ਰਿਕੁਆਇਰਮੈਂਟਸ ਕੀ ਨੇ ਉਹ ਅੱਜ ਅਸੀਂ ਦੱਸੀਆਂ। ਰਸ਼ੀਆ ਸਟੱਡੀ ਵੀਜ਼ਾ ਜਾਣਾ ਚਾਹੁੰਦੇ ਹੋ, ਸਟੱਡੀ ਗੈਪ ਬਹੁਤ ਜ਼ਿਆਦਾ ਪੈ ਗਿਆ ਹੈ, ਘੱਟ ਬਜਟ ਆ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ, ਬਿਨਾਂ ਆਇਲਟਸ ਬਿਨਾਂ ਇੰਟਰਵਿਊ ਤੋਂ ਜਾਣਾ ਚਾਹੁੰਦੇ ਹੋ, ਇਸ ਤੋਂ ਇਲਾਵਾ ਯੂਕਰੇਨ ਜਾਣਾ ਚਾਹੁੰਦੇ ਹੋ, ਯੂਰਪ ਜਾਣਾ ਚਾਹੁੰਦੇ ਹੋ, ਘੱਟ ਪੈਸੇ ਤੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਬਿਨਾਂ ਇੰਟਰਵਿਊ ਬਿਨਾਂ ਆਇਲਟਸ ਲੰਬੇ ਸਟੱਡੀ ਗੈਪ ਤੋਂ ਬਾਅਦ, ਤਾਂ ਇੰਡੀਆ ਟੂ ਅਬਰਾਡ ਇਮੀਗ੍ਰੇਸ਼ਨ ਨੂੰ ਸੰਪਰਕ ਕਰ ਸਕਦੇ ਹੋ 9217 670 ਨੰਬਰ ਤੇ ਕਾਲ ਕਰਕੇ। ਸੋ ਫਿਲਹਾਲ ਜਾ ਚਾਹੁੰਦੇ ਹਾਂ ਮੈਨੂੰ ਜੋਤੀ ਕਪੂਰ ਜੀ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਕੀ ਲੱਗਦਾ ਤੁਹਾਨੂੰ ਵੀਜ਼ੇ ਦੇ ਕੀ ਚਾਂਸਿਸ ਆ?
ਹੁਣ ਤੇ 90% ਹੀ ਆ ਜੀ। ਹਾਂਜੀ 90% ਹੀ ਹਾਂਜੀ 100 ਹੀ ਲਾ ਲਓ ਤੁਸੀਂ। ਕਿੱਦਾਂ 100% ਆ ਦੱਸੋ ਬਸ ਜਿੱਦਾਂ ਸਮਝ ਲਓ ਜੀ, ਜਿੱਦਾਂ Sir? ਕਹਿੰਦੇ ਆ। ਹਾਂਜੀ ਚਲੋ ਮਤਲਬ ਇਸ ਵਾਰੀ ਤੁਹਾਨੂੰ ਕੀ ਲੱਗਦਾ ਕਿ ਇਸ ਵਾਰੀ ਤੁਹਾਨੂੰ ਇੰਡੀਆ ਟੂ ਅਬਰੋਡ ਤੋਂ ਨਿਰਾਸ਼ਾ ਨਹੀਂ ਮਿਲੂਗੀ? ਨਹੀਂ ਮਿਲੂਗੀ। ਜਿੱਦਾਂ ਤੁਸੀਂ ਬਾਕੀ ਦੂਸਰੀ ਕੰਪਨੀ ਤੋਂ ਅਪਲਾਈ ਕੀਤਾ ਸੀਗਾ ਤੇ ਤੁਸੀਂ ਨਿਰਾਸ਼ ਹੋ ਗਏ, ਵੀਜ਼ਾ ਨਹੀਂ ਆਇਆ। ਹਾਂਜੀ ਹਾਂਜੀ ਇਹੀ ਲੱਗਦਾ ਤੁਹਾਨੂੰ? ਹਾਂਜੀ, ਇਹੀ ਲੱਗਦਾ। ਚਲੋ ਫਿਰ ਤੁਹਾਨੂੰ ਖੁਸ਼ੀ ਦੇ ਦਈਏ। ਹਾਂਜੀ ਹਾਂਜੀ ਲਓ ਜੀ, ਠੀਕ। ਆਲੋ ਜੀ, ਤੁਹਾਡੇ ਵੀਜ਼ਾਸ ਹੋ ਗਏ ਗ੍ਰਾਂਟ। ਕੰਗ੍ਰੈਚੁਲੇਸ਼ਨਸ ਦੋਨਾਂ ਜਣਿਆਂ ਦੇ। ਠੀਕ ਹੈ ਜੀ, ਹੁਣ ਤੁਹਾਡਾ ਜਿਹੜਾ ਸੁਪਨਾ ਹੈਗਾ, ਜਿੱਦਾਂ ਅਸੀਂ ਕਹਿੰਦੇ ਆ ਕਿ ਇੰਡੀਆ ਟੂ ਅਬਰੋਡ ਕਰੇਗਾ ਤੁਹਾਡਾ ਸੁਪਨਾ ਸਾਕਾਰ, ਬਾਹਰ ਜਾਂਦਾ, ਤੇ ਇੰਡੀਆ ਟੂ ਅਬਰੋਡ ਨੇ ਤੁਹਾਡਾ ਸੁਪਨਾ ਸਾਕਾਰ ਕਰ ਦਿੱਤਾ। ਠੀਕ ਹੈ ਜੀ, ਠੀਕ ਹੈ ਜੀ। ਕਹਿੰਦੇ ਵੀ ਅਸੀਂ ਫਿਰ ਹੌਲੀ ਆਈਡੀਆ ਲਾ ਲਿਆ ਤੁਹਾਡਾ। ਅੱਛਾ ਵੀ ਇਹ ਸਾਡੇ ਬੰਦੇ ਬੋਲਦੇ। ਅੱਛਾ ਜੀ, ਦੇਖੋ ਜੀ, ਆਈਡੀਆ ਲਗਾ ਲਿਆ। ਮਤਲਬ ਜਿਹੜੀ ਖੁਸ਼ੀ ਹੈਗੀ ਆ ਉਹ ਦੂਰੋਂ ਹੀ ਝਲਕਣ ਲੱਗ ਪੈਂਦੀ ਆ, ਬੰਦੇ ਨੂੰ ਪਤਾ ਲੱਗ ਜਾਂਦਾ ਪੋਜ਼ਿਟਿਵਿਟੀ ਆ ਰਹੀ ਹੈ, ਕਿਉਂਕਿ ਇੰਡੀਆ ਟੂ ਅਬਰੋਡ ਦੀ ਟੀਮ ਆ ਰਹੀ ਹੈ ਤੇ ਓਬਵੀਅਸਲੀ ਪੋਜ਼ਿਟਿਵਿਟੀ ਹੀ ਆ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ ਅੱਜ ਇੰਡੀਆ ਟੂ ਅਬਰੋਡ ਦੀ ਟੀਮ ਜਿਹੜੀ ਹੈਗੀ ਤੁਹਾਡੇ ਘਰ ਦੇ ਵਿੱਚ ਆਈ ਹੈ, ਸੋ ਤੁਹਾਨੂੰ ਕੀ ਲੱਗਦਾ ਹੈ? ਬਹੁਤ ਖੁਸ਼ੀ ਦੀ ਗੱਲ ਆ, ਸਾਡੇ ਮਹਿਮਾਨ ਆਏ ਆ। ਮਹਿਮਾਨ ਆਏ ਆ, ਤੁਹਾਨੂੰ ਕੁਝ ਹੋਰ ਵੀ ਫੀਲ ਹੁੰਦਾ ਹੋਣਾ ਕਿ ਤੁਹਾਨੂੰ ਜਿਹੜਾ ਵੀਜ਼ਾ ਹੈਗਾ ਤੁਹਾਡਾ ਆ ਗਿਆ ਜਾਂ ਨਹੀਂ ਆ ਗਿਆ ਕੁਝ? ਇਹ ਤਾਂ ਹੁਣ ਮੁਕੱਦਰ ਆ ਜੀ, ਦੇਖੋ ਪਰਮਾਤਮਾ ਦੇ ਹੱਥ ਆ ਕੀ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓਗੇ। ਜਦੋਂ ਵੀ ਇੰਡੀਆ ਟੂ ਅਬਰੋਡ ਦੀ ਅਗਰ ਟੀਮ ਕਿਸੇ ਦੇ ਘਰ ਦੇ ਵਿੱਚ ਆਉਂਦੀ ਹੈ ਤੇ ਡੈਫੀਨਿਟਲੀ ਵੀਜ਼ਾ ਹੀ ਲੈ ਕੇ ਆਉਂਦੀ ਹੈ। ਸੋ ਕੰਗ੍ਰੈਚੁਲੇਸ਼ਨ ਸਰ, ਤੁਹਾਡਾ ਵੀਜ਼ਾ ਆ ਚੁੱਕਾ ਹੈ। ਸੋ ਇਸੇ ਕਰਕੇ ਆਪਾਂ ਤੁਹਾਡੇ ਘਰ ਆਏ ਆ। ਸਰ ਤੁਹਾਡਾ ਪਾਸਪੋਰਟ ਆਇਆ, ਅਜੇ ਓਪਨ ਨਹੀਂ ਕੀਤਾ ਸੀ। ਤੁਸੀਂ ਖੁਦ ਆਪਣੇ ਹੱਥਾਂ ਨਾਲ ਓਪਨ ਕਰੋ, ਕਿਉਂਕਿ ਤੁਸੀਂ ਵਿਜ਼ਿਟ ਕੀਤਾ ਸੀ ਸਾਡੇ ਤੇ ਤੁਸੀਂ ਕਿਹਾ ਸੀਗਾ ਕਿ ਵੀਜ਼ੇ ਲਈ ਬਹੁਤ ਐਫਰਟਸ ਲਾਣੇ ਪੈਣਗੇ, ਅਦਰਵਾਈਜ਼ ਮੇਰਾ ਵੀਜ਼ਾ ਨਹੀਂ ਆਣਾ। ਤੇ ਕੰਪਨੀ ਨੇ ਪੂਰੇ ਐਫਰਟਸ ਆਪਣੇ ਨੂੰ ਲਾਏ ਤਾਂ ਹੈ, ਬਾਕੀ ਹੁਣ ਤੁਸੀਂ ਖੋਲ ਕੇ ਦੇਖੋ ਰਿਜ਼ਲਟ ਕੀ ਆਇਆ। ਕੰਗ੍ਰੈਚੁਲੇਸ਼ਨ ਸਰ, ਵੀਜ਼ਾ ਆਇਆ ਤੁਹਾਡਾ। ਹੁਣ ਤੁਹਾਨੂੰ ਕਿੱਦਾਂ ਦੀ ਡੀਲਿੰਗ ਲੱਗੀ ਸਾਡੇ ਨਾਲ? ਤੁਹਾਡੀ ਬਹੁਤ ਵਧੀਆ ਟ੍ਰੀਟਮੈਂਟ ਲੱਗੀ ਹੈ ਜੀ। ਅਸੀਂ ਨੇ ਵਿੱਚ ਕੁਝ ਕਨਫਿਊਜ਼ ਹੋ ਗਏ ਸੀ, ਮੈਂ ਵੀ ਸ਼ਾਇਦ ਕਦੇ ਸਾਡਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ, ਪਰ ਤੁਸੀਂ ਜਦ ਸਾਨੂੰ ਯਕੀਨ ਦਿਵਾਇਆ ਜੀ, ਸਾਨੂੰ ਵਿਸ਼ਵਾਸ ਹੋ ਗਿਆ ਜੀ ਵਾਕਈ ਸਾਡੇ ਜੀ। ਅਗਰ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਤਾਂ ਇੰਡੀਆ ਟੂ ਅਬਰੋਡ ਇਮੀਗ੍ਰੇਸ਼ਨ ਤੋਂ ਅਪਲਾਈ ਕਰੋ। ਉਹਨਾਂ ਦਾ ਐਕਸਪੀਰੀਅੰਸ ਇਟਸ ਅ ਵੰਡਰਫੁਲ ਐਂਡ ਇਟ ਕੈਨੋਟ ਬੀਟ ਐਨੀਵਨ। ਵਿਦਿਨ ਅ ਵੀਕ ਮੇਰਾ ਵੀਜ਼ਾ ਆ ਗਿਆ, ਸੋ ਮੈਂ ਬਹੁਤ ਜ਼ਿਆਦਾ ਹੀ ਥੈਂਕਫੁਲ ਹਾਂ ਇਹਨਾਂ ਦਾ, ਐਂਡ ਬਹੁਤ ਅੱਛਾ ਸਟਾਫ ਹੈ ਇਹਨਾਂ ਦਾ। ਸੋ ਜੇ ਤੁਸੀਂ ਸਟੂਡੈਂਟ ਜਾਂ ਫਿਰ ਟੂਰਿਸਟ ਵੀਜ਼ਾ ਲਵਾਉਣਾ ਚਾਹੁੰਦੇ ਤਾਂ ਇਹਨਾਂ ਤੋਂ ਤੁਸੀਂ ਜਲਦ ਤੋਂ ਜਲਦ ਵਿਜ਼ਿਟ ਕਰ ਲਓ। ਕਿਉਂਕਿ ਮੇਰਾ ਤਾਂ ਵੀਜ਼ਾ ਆ ਗਿਆ, ਇਸ ਕਰਕੇ ਮੈਂ ਤਾਂ ਹੋਰ ਲੋਕਾਂ ਨੂੰ ਵੀ ਦੱਸੂਗਾ ਵੀ ਭਾਈ ਇੰਡੀਆ ਟੂ ਅਬਰੋਡ ਵਾਲਿਆਂ ਦੇ ਕੋਲ ਜਾਓ, ਵੀ ਆਪਾਂ ਨੂੰ ਗਰੰਟੀ ਆ ਉਹਨਾਂ ਦੀ ਵੀ ਵੀਜ਼ਾ ਲਗਵਾਉਣਗੇ। ਜੇ ਉਹਨੇ ਹਾਂ ਕਰਤੀ ਤਾਂ ਵੀਜ਼ਾ ਲੱਗੂਗਾ, ਜੇ ਨਹੀਂ ਤਾਂ ਨਹੀਂ।